बदीन में इन्होंने अपनी बेटी को ब्याहा, पसंद की शादी करवाई। एक लड़का जो कि उस लड़की के पीछे पड़ा हुआ था कि मैं तो इसके बगैर मर जाऊंगा। शादी करने के बाद उसने अपनी ही बीवी को मार डाला। मरियम को किस तरीके से उसने करंट लगा के मारा, क्या उसकी दुश्मनी थी, कौन सी ऐसी लड़ाइयाँ पैदा हुई कि ये नौबत आ पहुंची। मरियम नाल फड़ी ਇਹ क्या करंट लगा। फिर ਜਦੋਂ ਅਸੀਂ ਗਏ ਆ ਪਿੱਛੇ ਸਾਰਾ ਸਿਰ ਪਿੱਛੋਂ ਪਾਟਾ ਸੀ, ਇੰਨਾ ਹੱਥ ਅੰਦਰ ਸਿਰ ਦੇ ਜਾਂਦਾ ਸੀ, ਇਦਾਂ ਸੀ ਜਿਸ ਤਰ੍ਹਾਂ ਬੱਕਰਾ ਹਲਾਲ ਕੀਤਾ ਮੇਰੀ ਧੀ ਸੀ। ਇਹਨਾਂ ਦਾ ਪਿਓ ਨਹੀਂ ਹੈਗਾ, ਯਤੀਮ ਆ, ਮੈਂ ਗਰੀਬ ਕੀ ਕਰਾਂ ਕੀ ਨਾ ਕਰਾਂ, ਮੈਨੂੰ ਦੱਸੋ ਪਹਿਲੇ। ਕਹਿੰਦੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਤੁਸੀਂ ਹੁਣ ਬਦੀਨ ਚ ਬੜੇ। ਪੁੱਤ ਮੇਰੀ ਨਹੀਂ ਉਹ ਸੁਣਦੇ। ਮਰੀਮ ਨੂੰ ਬੱਚਾ ਬੱਚਾ ਰੋਂਦਾ, ਸਾਰੀ ਪੂਰੀ ਬਦੀਨ ਰੋਂਦੀ ਆ, ਬਦੀਨ ਪੂਰੀ ਰੋਂਦੀ, ਪੂਰੀ ਗਲਾਰ ਚ ਖੋਸ ਕੀ ਥਲਾਂ ਵਾਲੇ जिन्ने इलाके सारे आ। मैं हाथ जोड़दी, मैनूं इंसाफ चाहिए, मैनूं इंसाफ चाहिए। नवाज शरीफ दा भरा जेड़ा बाहर शरीफ। अस्सलाम वालेकुम नाज़रीन, पाकिस्तान स्टोरीज के साथ मैं हूं आपकी मेज़बान हुमा खालिद। नाज़रीन, दिल दहला देने वाली एक और कहानी। बदीन में इन्होंने अपनी बेटी को ब्याहा, पसंद की शादी करवाई। एक लड़का जो कि उस लड़की के पीछे पड़ा हुआ था कि मैं तो इसके बगैर मर जाऊंगा। शादी करने के बाद उसने अपनी ही बीवी को मार डाला। मरियम को किस तरीके से उसने करंट लगा के मारा, क्या उसकी दुश्मनी थी, कौन सी ऐसी लड़ाइयाँ पैदा हुई कि ये नौबत आ पहुंची। मरियम की मामा हमारे साथ मौजूद हैं, इनसे बात करते और जानते हैं सच्चाई। मेरी मरियम पुत बेदर्दी ना कतल करती। 11 ਵਜੇ ਮੇਰੀ ਮਰੀਮ ਦਾ ਫੋਨ ਆਇਆ, ਮੈਂ 11 ਵਜੇ ਫੋਨ ਸੁਣਿਆ, 11:30 ਫੋਨ ਬੰਦ ਕੀਤਾ। ਕਹਿੰਦੀ क्या बात हुई फोन पे? ਇਹ ਹਾਲ ਚਾਲ ਪੁੱਛਦੀ ਰਹੀ ਸੀ। ਕਹਿੰਦੀ ਅੰਮੀ ਪਹਿਲਾ ਰੋਜ਼ਾ ਅੱਲਾ ਖੈਰ ਕਰੇ, ਅੱਲਾ ਨਸੀਬ ਕਰੇ ਤੇ ਖੈਰ ਦੇ ਹੋਣ। ਇਦਾਂ ਦੀਆਂ ਗੱਲਾਂ ਮੇਰੀ ਧੀ ਮੇਰੇ ਨਾਲ ਕਰਦੀ ਸੀ। अच्छा, कोई फोन पे आपको लगा कॉल पे कि शायद ये परेशान है या कोई मसला? ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਲੱਗੀ, ਠੀਕ ਠਾਕ ਸੀ। ਸੁਣ ਹੱਸਦੀ ਖੇਡਦੀ ਨੇ ਗੱਲਾਂ ਕੀਤੀਆਂ। ਕਹਿੰਦੀ ਅੰਮੀ ਮੈਂ ਨਾ ਲੰਮੀ ਪਈ ਕੰਮ ਕਰਕੇ ਤੇ ਬੱਚੇ, ਮੈਂ ਬੱਚੇ ਕਿੱਥੇ? ਕਹਿੰਦੀ ਅੰਮੀ ਅੰਦਰ ਲੰਮੇ ਪਏ ਆ, ਅੰਦਰ ਲੰਮੇ ਪਏ ਗੇਮ ਖੇਡਦੇ ਆ, ਮੈਂ ਤੈਨੂੰ ਫੋਨ ਠਹਿਰ ਕੇ ਕਰਦੀ ਆ। ਬੱਤੀ ਉਹਦੇ ਬੀਏ ਨੇ ਤਾਰ ਦਿੱਤੀ ਸੀ ਉੱਤੋਂ ਜਗ੍ਹਾ ਦਿਓ, ਜੇ ਜਗ੍ਹਾ 'ਚ ਰਹਿੰਦਾ ਸੀ ਨਾ ਦੁਕਾਨਾਂ ਤੇ, ਉਹਨੇ ਤਾਰ ਘਰ ਦਿੱਤੀ ਸੀ। ਜਦੋਂ ਲਾਈਟ ਆਈ ਆ ਉਹਨੇ ਫੋਨ ਕੀਤਾ, ਮਰੀਮ ਲਾਈਟ ਆ ਗਈ ਆ ਤੇ ਮੋਟਰ ਲਾ ਲਾ। ਮਰੀਮ ਮੋਟਰ ਲਾਉਣ ਲੱਗੀ ਆ, 3 ਪੌੜੇ ਚੜੀ, ਚੌਥਾ ਚੜ੍ਹਨ ਦਾ ਨੂੰ ਕੁਝ ਜੰਗਲੇ ਨੂੰ ਹੱਥ ਪਾਉਣ ਲੱਗੀ ਆ। ਮਰੀਮ ਨਾਲ ਫੜੀ ਗਈ ਆ, ਮਰੀਮ ਨਾਲ ਫੜੀ ਇਹ क्या ਕਰੰਟ ਲੱਗਾ। ਫਿਰ ਜਦੋਂ ਅਸੀਂ ਗਏ ਆ ਪਿੱਛੇ ਸਾਰਾ ਸਿਰ ਪਿੱਛੋਂ ਪਾਟਾ ਸੀ, ਇੰਨਾ ਹੱਥ ਅੰਦਰ ਸਿਰ ਦੇ ਜਾਂਦਾ ਸੀ, ਇਦਾਂ ਸੀ ਜਿਸ ਤਰ੍ਹਾਂ ਬੱਕਰਾ ਹਲਾਲ ਕੀਤਾ ਮੇਰੀ ਧੀ ਸੀ। ਜੇ ਅਸੀਂ ਬਦੀਨ ਜਾਂਦੇ ਸਾਨੂੰ ਉੱਥੇ ਧਮਕੀਆਂ ਲਾ ਕੇ ਕੱਢ ਦਿੰਦੇ, ਸਾਡੀ ਕੋਈ ਨਹੀਂ ਸੁਣਦਾ, ਸਾਨੂੰ ਧਮਕੀਆਂ ਲਾਉਂਦੇ। ਮੈਂ ਕੀ ਕਰਾਂ, ਮੈਂ ਗਰੀਬ ਬੰਦੇ, ਕਿਰਾਏ ਤੇ ਮੇਰਾ ਮਕਾਨ, ਮੇਰੇ ਬੱਚੇ ਯਤੀਮ, ਪਿਓ ਨਹੀਂ ਹੈਗਾ ਇਹਨਾਂ ਦਾ, ਇਹਨਾਂ ਦਾ ਪਿਓ ਨਹੀਂ ਹੈਗਾ, ਯਤੀਮ ਆ। ਮੈਂ ਗਰੀਬ ਕੀ ਕਰਾਂ ਕੀ ਨਾ ਕਰਾਂ, ਮੈਨੂੰ ਦੱਸੋ ਪਹਿਲੇ। ਮੇਰੀ ਮਰੀਮ ਦਾ ਮੁੱਲ ਨਹੀਂ ਪਾਇਆ। ਮੈਨੂੰ ਉੱਥੇ ਕਹਿੰਦੇ ਜੇ ਤੂੰ ਬਦੀਨ 'ਚ ਹੋਣ ਆਈ ਹੋ ਨਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ। ਵਾਜਾ ਰਿਕਾਰਡ ਕੀਤੀ ਆ ਮੇਰੇ ਮੁੰਡੇ ਨੇ ਫੋਨ ਦੇ ਵਿੱਚ, ਕਹਿੰਦੇ ਸਾਡੇ ਤੋਂ ਬੁਰਾ ਕੋਈ ਨਹੀਂ ਜੇ ਤੁਸੀਂ ਹੁਣ ਬਦੀਨ 'ਚ ਵੜੇ। ਪੁੱਤ ਮੇਰੀ ਨਹੀਂ ਉਹ ਸੁਣਦੇ। ਪੁੱਤ ਮੈਂ ਬੜੀ ਪਰੇਸ਼ਾਨ ਹੀ, ਮੈਨੂੰ ਇਨਸਾਫ ਨਹੀਂ ਮਿਲਦਾ, ਮੈਨੂੰ ਇਨਸਾਫ ਚਾਹੀਦਾ ਪੁੱਤ। अच्छा, शादी कैसे हुई थी? ਸ਼ਾਦੀ ਪੁੱਤ ਜਦੋਂ ਸ਼ਾਦੀ ਹੋਈ ਸੀ ਨਾ, ਉਹਨੇ ਪੂਰਾ ਖਾਨਦਾਨ ਆਪਣਾ ਇੱਥੇ ਲੈ ਆਂਦਾ ਸੀ। 7 ਭੈਣਾਂ ਸੀ, 7 ਭਰਾ ਸੀ, ਮਾਂ ਸੀ, ਪਿਓ ਸੀ, ਚਾਚੇ ਤਾਏ ਸੀ। ਠੀਕ ਆ, ਸਾਡਾ 2.5 ਮਰਲੇ ਦਾ ਮਕਾਨ ਜਿਹੜਾ ਅਸੀਂ ਵੇਚਿਆ ਸੀ, ਅਰੂਸਾ ਮੈਚ ਹੋਟਲ ਜਿਹੜਾ ਮੋੜ ਤੇ ਆ, ਇੱਥੇ ਸ਼ਾਦੀ ਉਹਨੇ ਕਰਾਈ ਆ। 4 ਦਿਨ ਉਹ ਰਿਹਾ ਆ, ਭੈਣਾਂ ਭਰਾ ਵੀ ਰਹੇ, ਅਸੀਂ ਤੇ ਬਹੁਤ ਗਰੀਬ ਬੰਦੇ ਸੀ, ਮਕਾਨ ਸੇਲ ਕਰ ਦਿੱਤਾ ਸੀ ਅਸੀਂ। ਸ਼ਾਦੀ ਕੀਤੀ, ਬਥੇਰਾ ਸਮਝਾਇਆ ਸੀ, ਇਹ ਬੰਦੇ ਨਹੀਂ ਸਹੀ, ਬਸ ਨਸੀਬਾਂ ਦੇ ਵਿੱਚ ਉਹਦੇ 'ਚ ਹੈ ਸੀ। ਬੜੀ ਸਾਰੀ ਬਦੀਨ ਰੋਂਦੀ ਆ, ਉਹਨੂੰ ਮੰਗਣ ਵਾਲੇ ਰੋਂਦੇ ਜਿਹੜੇ ਉਹਦੇ ਘਰੋਂ ਖੈਰ ਲੈਂਦੇ ਸੀ, ਪੂਰੀ ਬੱਚਾ ਬੱਚਾ ਰੋਂਦਾ। ਸਭ ਦੁਨੀਆ ਕਹਿੰਦੀ ਇਹਨੇ ਮਾਰੀ ਆ, ਇਹਨੇ ਕਤਲ ਕੀਤੀ ਨਵੀਸ ਨੇ, ਇਹ ਕਾਤਲ ਆਏ। क्या ऐसी वजह बनी, मतलब कि कुछ आपको उन्होंने बताया था, कोई परेशानी, लड़ाई झगड़ा कुछ रहता हो? ਗੱਲ ਇੰਨੀ ਆ, ਜਿਸ ਮਕਾਨ 'ਚ ਮਰੀਮ ਰਹਿੰਦੀ ਸੀ ਨਾ, ਜਿਸ ਮਕਾਨ 'ਚ ਮਰੀਮ ਰਹਿੰਦੀ ਸੀ, ਉਹ ਮਕਾਨ ਸੀ ਉਹਦੀ ਭਾਬੀ ਦਾ ਬੇਵਾ ਹੋਈ ਸੀ, ਨੀਚੇ ਆਲਾ ਤੇ ਉੱਪਰ ਆਲਾ। ਇਹੋ ਉਸ ਭਾਬੀ ਨੇ ਰਿਪੋਰਟ ਕਰਾਈ ਸੀ ਥਾਣੇ 'ਚ ਵੀ ਮੇਰੀ ਜਗ੍ਹਾ ਖਾਲੀ ਕਰ ਦੇ। ਇਹ ਕਹਿੰਦਾ ਸੀ, ਮੈਂ ਉਹ ਕਹਿੰਦੀ ਸੀ ਮੈਨੂੰ ਕਿਰਾਏ ਦੇ ਮਕਾਨ ਲੈ ਦੇ। ਜਗ੍ਹਾ ਬੜੀਆਂ ਸੀ ਇਹਦੀਆਂ, ਮਾੜਾ ਮੋਟਾ ਨਹੀਂ ਹੈਗਾ, ਠੀਕ ਠਾਕ ਬੰਦਾ, ਜਗ੍ਹਾ ਬੜੀਆਂ ਸੀ, ਪਰ ਉਹਨੂੰ ਨਹੀਂ ਸੀ, ਉਹਨੇ ਰੱਖਣਾ ਹੀ ਨਹੀਂ ਸੀ, ਤੇ ਫਿਰ ਉਹਨੇ ਜਗ੍ਹਾ ਉਹਨੂੰ ਕੀ ਲੈ ਕੇ ਦੇਣੀ ਸੀ ਉਹਨੇ। तो फिर उसने शादी क्यों की? ਸ਼ਾਦੀ ਕਿਉਂ ਕੀਤੀ? ਇਹ ਤਾਂ ਲੋਕ ਸਾਰੇ ਕਹਿੰਦੇ ਆ, ਇਹ ਤਾਂ ਪੂਰੀ ਬਦੀਨ ਕਹਿੰਦੀ, ਖੋਸ ਕੀ ਗਲਾਰ 'ਚ ਜਿਹੜਾ ਸ਼ਹਿਰ ਉੱਥੇ ਆ, ਸਾਰੇ ਲੋਕ ਇਹ ਕਹਿੰਦੇ ਆ ਜੇ ਜਗ੍ਹਾ ਨਹੀਂ ਸੀ ਦੇਣੀ, ਬਗਾਨੇ ਘਰ ਰੱਖਣੀ ਸੀ, ਸ਼ਾਦੀ ਕਿਉਂ ਕੀਤੀ? ਉਹ ਜਗ੍ਹਾ ਦੀ ਵਜ੍ਹਾ ਤੋਂ ਇਹਨੇ ਮਾਰਿਆ। ਭਾਬੀ ਨੂੰ ਜਗ੍ਹਾ ਖਾਲੀ ਕਰਕੇ ਦੇਣੀ, ਇਹ ਕਰੰਟ ਮੋਟਰ ਲਾਉਣ ਲੱਗੀ ਸੀ, ਕਰੰਟ ਲੱਗ ਗਿਆ। ਕਰੰਟ ਮੋਟਰ ਦਾ ਨਾਂ ਨਹੀਂ ਲੱਗਾ, ਪੂਰੇ ਇਲਾਕਿਆਂ ਨੂੰ, ਥਲਾਂ ਦਾ ਇਲਾਕਾ, ਪੂਰੇ ਇਲਾਕਿਆਂ ਨੂੰ ਪਤਾ। शादी के कितना अरसा बाद उनके लड़ाई झगड़े वगैरह स्टार्ट हुए? कितना अरसा शादी रही? 5 साल बाद, 5 साल बाद, 5 साल के बाद। 5 साल बाद मलक आ
ਜਾਤ ਦੇ ਬਦੀਨ ਸ਼ਹਿਰ 'ਚ ਪੈਟਰੋਲ ਪੰਪ ਉਹਨਾਂ ਦੇ 4 ਆ, ਉਹਨਾਂ ਦੀ ਨੌਂ ਏ, ਉਹਨਾਂ ਦੀ ਨੌਂ ਦੇ ਨਾਲ ਇਹਦੇ ਤਲੋਕਾਤ ਰਹੇ 6-7 ਸਾਲ। ਉਹਦੇ ਉੱਤੋਂ ਇੱਥੇ ਇਹਨੇ ਛੁਰੀ ਵੀ ਮਾਰੀ ਆ। ਜਿਨ੍ਹਾਂ ਨੇ ਗੁਸਲ ਦਿੱਤੇ ਆ ਉਹਨਾਂ ਨੇ ਬਿਆਨ ਲਾਏ ਆ। ਇਹ ਜਿਹੜਾ ਮੋਢਾ ਨਹੀਂ ਸੀ, ਜਿਹੜਾ ਆ ਛੁਰੀਆਂ ਲੱਗੀਆਂ, ਇਹ ਇੱਥੇ 3 ਛੁਰੀਆਂ ਲੱਗੀਆਂ, ਇਹ ਧੌਣ ਤੇ ਛੁਰੀ ਲੱਗੀ ਸੀ। ਐਸਾ ਹਾਦਸੇ ਹੋਣ ਤੋਂ ਪਹਿਲੇ ਹੀ ਕਤਲ ਕਰਨ ਲੱਗਾ। ਮੈਨੂੰ ਨਹੀਂ ਦੱਸਿਆ ਮਰੀਮ ਨੇ। ਫਿਰ ਇਹਨੂੰ ਕਿ ਲੈ ਕੇ ਗਏ ਨਾ ਹਸਪਤਾਲ, ਤੇ ਉਹਨਾਂ ਨੇ ਜਵਾਬ ਦੇ ਦਿੱਤਾ। ਫਿਰ ਇਹਨੂੰ ਹੈਦਰਾਬਾਦ ਲੈ ਗਏ। ਮਰੀਮ ਨੂੰ ਬੱਚਾ ਰੋਂਦਾ, ਸਾਰੀ ਪੂਰੀ ਬਦੀਨ ਰੋਂਦੀ ਆ, ਬਦੀਨ ਪੂਰੀ ਰੋਂਦੀ, ਪੂਰੀ ਗਲਾਰ 'ਚ ਖੋਸਕੀ ਥਲਾਂ ਵਾਲੇ ਜਿੰਨੇ ਇਲਾਕੇ ਸਾਰੇ ਆ। ਪਰ ਮੈਨੂੰ ਉਹਨਾਂ ਮੇਮਰਾਂ ਨੇ ਧਮਕੀਆਂ ਲਾਈਆਂ, ਚਾਚੇ ਤਾਏ ਸਾਰੇ ਕਹਿੰਦੇ ਆ ਅਗਰ ਜੇ ਤੂੰ ਮਾਈ ਇੱਥੇ ਵੜੀ ਨਾ ਤੇ ਸਾਡੇ ਤੋਂ ਬੁਰਾ ਕੋਈ ਨਹੀਂ ਹੈਗਾ। ये आपके पास रिकॉर्डिंग भी है? ਰਿਕਾਰਡ ਕੀਤੀ ਮੇਰੇ ਪੁੱਤ ਨੇ। ਉਹ ਮੇਰਾ ਮੇਰਾ ਪੁੱਤ ਸਲੀਮ ਆ ਨਾ, ਉਹਨੇ ਪੂਰੀਆਂ ਗੱਲਾਂ ਰਿਕਾਰਡ ਕੀਤੀਆਂ, ਧਮਕੀਆਂ ਵੀ ਜਿਹੜੀਆਂ ਲਾਈਆਂ ਉਹ ਵੀ ਰਿਕਾਰਡ ਕੀਤੀਆਂ, ਸਾਰੀਆਂ ਕੀਤੀਆਂ। ਸੁਣ ਜਿੱਥੇ ਤੁਸੀਂ ਸਾਨੂੰ ਕਹੋ ਤੇ ਪੁੱਤ ਉਹ ਰਿਕਾਰਡ ਤੁਹਾਨੂੰ ਅਸੀਂ ਸੁਣਾਉਣ ਨੂੰ ਤਿਆਰ ਆ। क्या वजह है कि इतने साल शादी के बाद उस इंसान ने इतनी बेदर्दी से कत्ल भी किया और अभी तक वो आज़ाद घूम रहा है? ਆਜ਼ਾਦ ਕਾਤਲ ਆਜ਼ਾਦ ਘੁੰਮਣ ਡਿਆ। ਮੈਨੂੰ ਫੋਨ ਆਇਆ ਉਹਦਾ, ਉੱਥੇ ਕੁਝ ਜਿਹੜੇ ਮੇਰੇ 1-2 ਨੰਬਰ ਆਉਂਦੇ ਸੀ ਨਾ, ਮੈਂ ਉਹਨਾਂ ਨੇ ਕਿਹਾ ਕਾਟੜਾ ਸੂਟ ਫੜ ਕੇ ਦਰਦਾਰ ਦੀ ਕਿਹਾ ਘੁੰਮਦਾ, ਕਹਿੰਦਾ ਬਾਜ਼ਾਰਾਂ ਦੇ ਵਿੱਚ, ਕਹਿੰਦਾ ਚੱਲ ਗਏ, ਕਹਿੰਦਾ ਉਹ ਗਰੀਬ ਬੰਦੇ ਉਹਨਾਂ ਨੇ ਕਿੱਥੇ ਕਹਿੰਦਾ ਆਣਾ, ਉਹਨਾਂ ਦੇ ਕੋਲ ਕਹਿੰਦਾ ਕੀ ਆ, ਉਹ ਤੇ ਰੋਟੀ ਉਹਨਾਂ ਨੂੰ ਰੋਟੀ ਇੱਕ ਟਾਈਮ ਮਿਲਦੀ, ਇੱਕ ਟਾਈਮ ਰੋਟੀ ਨਹੀਂ ਮਿਲਦੀ, ਉਹਨਾਂ ਨੇ ਕੀ ਕਰਨਾ। ਕਹਿੰਦਾ ਸਾਨੂੰ ਇਨਸਾਫ ਨਹੀਂ ਮਿਲਦਾ ਪੁੱਤ, ਮੈਨੂੰ ਇਨਸਾਫ ਚਾਹੀਦਾ ਪੁੱਤ, ਮੈਂ ਹੱਥ ਜੋੜਦੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਨਵਾਜ਼ ਸ਼ਰੀਫ ਦਾ ਭਰਾ ਜਿਹੜਾ ਬਾਦ ਸ਼ਰੀਫ ਵਜ਼ੀਰ ਆਲਾ ਜਿਹੜਾ ਪਰਵੇਜ਼ ਕੀ ਉਹਨੂੰ ਕਹਿੰਦੇ ਆ, ਮੈਨੂੰ ਇਨਸਾਫ ਚਾਹੀਦਾ ਪੁੱਤ, ਬਸ ਮੈਨੂੰ ਕੁਛ ਨਹੀਂ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਬਸ ਮੈਂ ਇਨਸਾਫ ਮੰਗਦੀ ਹਾਂ, ਕੁਛ ਨਹੀਂ ਮੰਗਦੀ, ਮੈਨੂੰ ਇਨਸਾਫ ਚਾਹੀਦਾ। ਮੈਨੂੰ 4 ਮਹੀਨੇ ਹੋ ਗਏ ਧੱਕੇ ਖਾਂਦੀ ਨੂੰ, 4 ਮਹੀਨੇ ਹੋ ਗਏ ਧੱਕੇ ਖਾਂਦੀ ਨੂੰ ਮੈਨੂੰ, ਕਦੀ ਉਧਰ ਕਦੀ ਇੱਧਰ ਕਦੀ ਉਧਰ ਕਦੀ ਇੱਧਰ। ਇਹਨਾਂ ਦਾ ਭਲਾ ਹੋਵੇ, ਆ ਜਿਹੜੇ ਮੀਡੀਆ ਵਾਲੇ ਮੁੰਡੇ ਆ ਨਾ ਤੁਹਾਨੂੰ ਕੱਲਿਆ, ਇਹਨਾਂ ਦਾ ਭਲਾ ਹੋਵੇ, ਅੱਲਾ ਇਹਨਾਂ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਦੁਆ 'ਚ ਹਰ ਵੇਲੇ ਯਾਦ ਕਰਾਂਗੀ ਧੀਏ, ਜੇ ਮੈਨੂੰ ਅੱਲਾ ਇਨਸਾਫ ਦੇ ਤੂੰ ਵੀ ਮੇਰੀ ਧੀ ਆ। ਮੈਂ ਤੇ ਮਰੀਮ ਨੂੰ ਕਹਿੰਦੀ ਨਵਾਜ਼ ਸ਼ਰੀਫ ਦੀ ਧੀ ਨੂੰ, ਤੇਰਾ ਨਾਮ ਹੀ ਮਰੀਮ ਆ, ਮੇਰੀ ਬੇਟੀ ਨਾਮ ਹੀ ਮਰੀਮ ਆ, ਮੈਨੂੰ ਇਨਸਾਫ ਚਾਹੀਦਾ, ਬਸ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। नाजरीन, इस माँ की एक ही आवाज़, एक ही अल्फाज, एक ही अर्ज़ है कि इसे इंसाफ चाहिए। 4 महीने हो चुके और अभी तक इंसाफ नहीं मिला। ਧੱਕੇ ਖਾਂਦੀ ਆ, ये धक्के खा रही हैं, लोगों के पास इधर उधर जा रही हैं, पर कोई इंसाफ नहीं मिला। इनकी आवाज़ को उठाएं, ज़्यादा से ज़्यादा उठाएं और इंसाफ के लिए उठाएं, ताकि कल को आपकी बेटी के साथ ऐसा कोई वाक़या ना पेश आए और ऐसा दरिंदा सिफ्त लोगों को पकड़वाएं। आपको ये वीडियो कैसी लगी है मुझे ज़रूर बताएं। मज़ीद वीडियोज़ के लिए चैनल को लाइक करें, सब्सक्राइब करें। मुझे दें इजाज़त, वस्सलाम।